ਬਿਲਾਵਲ ਮਹਿਲਾ ਪੰਜਵਾਂ। ਜੀ ਜੁਗਤ ਬਸ ਪ੍ਰਭ ਕੈ, ਜੋ ਕਹੈ ਸੋ ਕਰਨਾ। ਭਏ ਪ੍ਰਸੰਨ ਗੋਪਾਲ ਰਾਏ, ਭਉ ਕਿਛ ਨਹੀਂ ਕਰਨਾ। ਦੁਖ ਨਾ ਲਾਗੈ ਕਦੇ ਤੁਧ, ਪਾਰ ਬ੍ਰਹਮ ਚਿਤਾਰੇ। ਜਮ ਕੰਕਰ ਨੇੜ ਨਾ ਆਵਈ, ਗੁਰ ਸਿੱਖ ਪਿਆਰੇ। ਰਹਾਉ ਕਰਨ ਕਾਰਨ ਸਮਰੱਥ ਹੈ, ਤਿਸ ਬਿਨ ਨਹੀਂ ਹੋਰ। ਨਾਨਕ ਪ੍ਰਭ ਸਰਨਾਗਤੀ, ਸਾਚਾ ਮਨ ਜੋਰ। ਕਰਨ ਕਾਰਨ ਸਮਰੱਥ ਹੈ, ਤਿਸ ਬਿਨ ਨਹੀਂ ਹੋਰ। ਨਾਨਕ ਪ੍ਰਭ ਸ਼ਰਨਾਗਤੀ, ਸਾਚਾ ਮਨ ਜੋਰ। ਚਬਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਸੁਭਾਈਮਾਨ ਗੁਰੂ ਪਿਆਰਿਓ, ਆਪ ਸਭ ਧੰਨਤਾ ਦੇ ਯੋਗ ਹੋ, ਵਡਭਾਗੇ ਹੋ। ਆਓ ਗੁਰਫਤਿਹ ਦੀ ਸਾਂਝ ਪਾਈਏ, ਗੁਰਬਾਣੀ ਦੀ ਵਿਚਾਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਗੋਦ ਵਿੱਚ ਬੈਠ ਕੇ ਸਰਵਣ ਕਰੀਏ। ਸਭ ਨੇ ਬੋਲਣਾ ਜੀ, ਆਖਿਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਬਿਲਾਵਲ ਰਾਗ ਦੇ ਵਿੱਚੋਂ ਪੰਚਮ ਪਾਤਸ਼ਾਹ ਜੀ ਵੱਲੋਂ ਉਚਾਰਨ ਕੀਤਾ ਹੋਇਆ ਆਪਾਂ ਆਪਸ ਵਿੱਚ ਸਾਂਝਾ ਕੀਤਾ ਹੈ, ਪੜ੍ਹਿਆ ਹੈ। ਅੱਜ ਦੇ ਇਸ ਪਾਵਨ ਸ਼ਬਦ ਵਿੱਚ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਰਹਾਉ ਦੇ ਜੋ ਬੰਦ ਨੇ ਉਹਨਾਂ ਦੇ ਵਿੱਚ ਬਖਸ਼ਿਸ਼ ਕੀਤੀ ਹੈ। ਦੁਖ ਨਾ ਲਾਗੈ ਕਦੇ ਤੁਧ, ਪਾਰ ਬ੍ਰਹਮ ਚਿਤਾਰੇ। ਜਮ ਕੰਕਰ ਨੇੜ ਨਾ ਆਵਈ, ਗੁਰ ਸਿੱਖ ਪਿਆਰੇ। ਰਹਾਉ ਸਤਿਗੁਰਾਂ ਨੇ ਬੜਾ ਸੋਹਣਾ ਇਸ਼ਾਰਾ ਕੀਤਾ। ਕਹਿੰਦੇ ਐ ਜੀਵ, ਉਸ ਪ੍ਰਭੂ ਪਰਮਾਤਮਾ ਦੀ ਬਾਣੀ ਨੂੰ ਤੂੰ ਉਹ ਪਰਮਾਤਮਾ ਦੇ ਨਾਮ ਨੂੰ ਉਚਾਰਨ ਕਰਿਆ ਕਰ, ਮਤਲਬ ਅਰਾਧਿਆ ਕਰ। ਕਦੇ ਵੀ ਤੈਨੂੰ ਕੋਈ ਦੁੱਖ ਸਤਾ ਨਹੀਂ ਸਕੇਗਾ। ਭਾਵ ਕੀ ਹੈ, ਤੇਰੀ ਜ਼ਿੰਦਗੀ ਦੇ ਵਿੱਚ ਦੁੱਖਾਂ ਦਾ ਨਾਸ ਹੋ ਜਾਵੇਗਾ। ਆਪਣੇ ਪਰਮਾਤਮਾ ਨੂੰ ਚਿੱਤ ਵਿੱਚ ਰੱਖਿਆ ਕਰ, ਉਹਨੂੰ ਚਿੱਤ ਚੋਂ ਕਦੇ ਵਿਸਾਰੀ ਨਾ। ਉਹਦੇ ਤੇ ਭਰੋਸਾ, ਉਹਦੇ ਤੇ ਯਕੀਨ, ਉਹਦੇ ਤੇ ਆਪਣੇ ਵੱਲੋਂ ਵਿਸ਼ਵਾਸ ਬਣਾ ਕੇ ਚੱਲਿਆ ਕਰ। ਉਹ ਮਾਲਕ ਪਰਮਾਤਮਾ ਤੇਰੀ ਜ਼ਿੰਦਗੀ ਚੋਂ ਜਮ ਕੰਕਰ, ਭਾਵ ਜਿੰਨੇ ਵੀ ਤੇਰੀ ਜ਼ਿੰਦਗੀ ਦੇ ਵਿੱਚ ਆਪਾਂ ਆਮ ਹੀ ਕਹਿ ਦਿੰਦੇ ਆ ਜਮਦੂਤ ਚੁੰਬੜ ਗਿਆ, ਜਮ ਕੰਕਰ, ਜਮਦੂਤ, ਪਰ ਉਹ ਦੁਨਿਆਵੀ ਤਲ ਤੇ ਕੋਈ ਜਮਦੂਤ ਨਹੀਂ ਹੈ। ਵੈਸੇ ਇਸ ਗੱਲ ਤੋਂ ਤੁਸੀਂ ਸਾਰੇ ਜਾਣਕਾਰ ਹੋ। ਵਿਕਾਰਾਂ ਵਿੱਚ ਗਰਕਿਆ ਹੋਇਆ ਮਨੁੱਖ ਜਮ ਕੰਕਰ ਦਾ ਸ਼ਿਕਾਰ ਹੋ ਜਾਂਦਾ ਤੇ ਵਿਕਾਰੀ ਭਾਵਨਾ ਜਿਹੜੀ ਹੈ ਉਹ ਸਾਡੇ ਜੀਵਨ ਵਿੱਚੋਂ ਖਤਮ ਹੋ ਜਾਂਦੀ ਆ। ਕਿਹਦੀ ਕਿਰਪਾ ਸਦਕਾ? ਗਿਆਨ ਗੁਰੂ ਦੀ ਕਿਰਪਾ ਸਦਕਾ, ਸ਼ਕਤੀ ਕਲਾ ਤਾਕਤ ਸਦਕਾ। ਫਿਰ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦੀ ਇਸ ਕਹੀ ਹੋਈ ਗੱਲ ਨੂੰ, ਦਾਤ ਨੂੰ ਸੰਭਾਲਿਆ, ਉਹਨਾਂ ਦਾ ਜੀਵਨ ਸੰਤੁਸ਼ਟ ਹੋ ਜਾਂਦਾ। ਉਹ ਕਦੇ ਵੀ ਫਿਰ ਜਮ ਕੰਕਰ ਦੇ ਅਧੀਨ, ਮਤਲਬ ਜਮਦੂਤ ਦੇ ਅਧੀਨ ਆਪਣੀ ਜ਼ਿੰਦਗੀ ਹੈ ਜਿਹੜੀ ਉਹ ਵਸ਼ਰ ਨਹੀਂ ਕਰਦੇ, ਜਿਉਂਦੇ ਨਹੀਂ ਹਨ। ਤੇ ਨਹੀਂ ਆਪਾਂ ਨੂੰ ਪਤਾ ਵੀ ਸਾਡੀ ਦੁਨੀਆ ਨੂੰ, ਇਸ ਧਰਤੀ ਤੇ ਰਹਿਣ ਵਾਲੇ ਜੀਵਾਂ ਨੂੰ
ਅਨੇਕਾਂ ਕਿਸਮਾਂ ਦੇ ਜਮਦੂਤ ਨੇ ਜਿਹੜੇ ਉਹ ਚੁੰਬੜੇ ਹੋਏ ਨੇ ਬਿਨਾਂ ਵਿਸ਼ਵਾਸ ਤੇ ਤੁਰਨ ਵਾਲੇ ਲੋਕਾਂ ਨੂੰ। ਜਿਨ੍ਹਾਂ ਦੀ ਜ਼ਿੰਦਗੀ 'ਚ ਵਿਸ਼ਵਾਸ ਹੈ, ਉਸ ਪਰਮਾਤਮਾ ਤੇ ਸ਼ਰਧਾ ਕਹਿ ਲਓ, ਆਸਰਾ ਕਹਿ ਲਓ, ਮੰਨਿਆ ਹੋਇਆ ਹੈ, ਉਹ ਇਸ ਜ਼ਿੰਦਗੀ ਦੇ ਵਿੱਚ ਪਾਸ ਹੋ ਜਾਂਦੇ ਨੇ। ਜਿਵੇਂ ਕਿ ਜੇ ਆਪਾਂ ਉਸ ਪਰਮਾਤਮਾ ਤੇ ਭਰੋਸੇ ਦੀ ਗੱਲ ਕਰੀਏ, ਯਕੀਨ ਦੀ ਗੱਲ ਕਰੀਏ, ਤਾਂ ਇੱਕ ਸਾਡੇ ਸਿੱਖ ਸਮਾਜ ਦੇ ਵਿੱਚ ਕਹਿ ਲਓ, ਦੁਨੀਆ ਦੇ ਵਿੱਚ ਕਹਿ ਲਓ, ਇੱਕ ਪ੍ਰਚਲਿਤ ਸਾਖੀ ਹੈ, ਵਿੱਚੋਂ ਆਪਾਂ ਟੂਕ ਲੈਣੀ ਆ, ਇੱਕ ਇਸ਼ਾਰਾ ਲੈਣਾ। ਕਦੇ ਵਕਤ ਸੀ ਪੱਟੀ ਦਾ ਸੇਠ, ਆਪ ਜੀ ਨੂੰ ਪਤਾ, ਦੁਨੀ ਚੰਦ, ਉਹ ਆਪਣੇ ਪਰਿਵਾਰ ਦੇ ਵਿੱਚ ਆਪਣੇ ਬੱਚਿਆਂ ਨੂੰ ਪੁੱਛਦਾ ਗਾ ਵੀ ਤੁਸੀਂ ਕਿਹਦੇ ਆਸਰੇ ਜਿਉਂਦੇ ਹੋ। ਮੰਨਿਆ ਗਿਆ ਵੀ ਉਸਦੇ ਕੁਝ ਬੇਟੀਆਂ ਨੇ, 5-7 ਕਹਿ ਲਵੋ। ਪਹਿਲੀ ਬੇਟੀ ਨੂੰ ਪੁੱਛਦਾ ਵੀ ਤੂੰ ਕਿਹਦਾ ਦਿੱਤਾ ਖਾਨੀ ਆ ਜਾਂ ਕਿਹਦੇ ਆਸਰੇ ਜਿਉਣੀ ਆ, ਤਾਂ ਉਹਨੇ ਬੜੇ ਠਰਮੇ ਦੇ ਨਾਲ ਜਵਾਬ ਦਿੱਤਾ, ਮੈਂ ਤਾਂ ਤੇਰੇ ਆਸਰੇ ਜਿਉਂਦੀ ਹਾਂ ਤੇ ਤੇਰਾ ਦਿੱਤਾ ਹੀ ਖਾਂਦੀ ਆ। ਦੂਜੀ ਨੂੰ ਫਿਰ ਉਹੀ ਸੇਮ ਗੱਲ ਰਿਪੀਟ ਕੀਤੀ, ਉਹਨੇ ਵੀ ਜਵਾਬ ਇਹੀ ਦਿੱਤਾ। ਇਵੇਂ ਜਿਵੇਂ ਬਾਰੋਂ ਬਾਰ ਜਿੰਨੀਆਂ ਵੀ ਉਹਦੇ ਬੱਚੀਆਂ ਨੇ, 5 ਬੱਚੀਆਂ ਨੇ ਜਾਂ 7 ਨੇ, 6 ਨੂੰ ਪੁੱਛਿਆ ਇੱਕੋ ਹੀ ਜਵਾਬ, ਤੇ ਲਾਸਟ ਤੇ 7ਵੀਂ ਜਵਾਬ ਕੀ ਦਿੰਦੀ ਆ ਕਿ ਮੈਂ ਉਸ ਪਰਮਾਤਮਾ ਤੇ ਟੇਕ ਰੱਖਦੀ ਹਾਂ, ਉਹ ਪਰਮਾਤਮਾ ਤੇ ਆਸਰਾ, ਭਰੋਸਾ, ਯਕੀਨ ਰੱਖਦੀ ਹਾਂ। ਤੇਰੇ ਘਰ ਦੇ ਵਿੱਚ ਮੇਰੇ ਪਿਤਾ ਸਾਹਿਬਾਨ ਜੀ, ਮੇਰਾ ਜਨਮ ਹੋਇਆ, ਪਰ ਜਨਮ ਵੀ ਉਹ ਪਰਮਾਤਮਾ ਦੇ ਹੁਕਮ ਵਿੱਚ ਹੋਇਆ। ਜਿਹਦੇ ਹੁਕਮ ਵਿੱਚ ਜਨਮ ਹੋਇਆਗਾ, ਉਸੇ ਨੇ ਮੇਰੇ ਆਉਣ ਤੋਂ ਪਹਿਲਾਂ ਮੇਰੇ ਖਾਣੇ ਦਾ ਪ੍ਰਬੰਧ ਕਰ ਦਿੱਤਾ ਸੀ। ਉਹ ਬੱਚੀ ਬੜੇ ਠਰਮੇ ਦੇ ਨਾਲ ਆਪਣੇ ਬਾਪ ਨਾਲ ਗੱਲਾਂ ਕਰਦੀ ਆ। ਮੇਰੇ ਆਉਣ ਤੋਂ ਪਹਿਲਾਂ ਉਹ ਵਾਹਿਗੁਰੂ ਜੀ ਨੇ ਭੋਜਨ ਦਾ ਪ੍ਰਬੰਧ ਕਰ ਦਿੱਤਾ ਸੀ। ਇਸ ਕਰਕੇ ਮੈਨੂੰ ਉਸ ਪਰਮਾਤਮਾ ਤੇ ਹੀ ਯਕੀਨ ਆ ਪਿਤਾ ਸੀ, ਤੇ ਉਹ ਪਰਮਾਤਮਾ ਹੀ ਮੇਰੀ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡਾ ਮੇਰਾ ਆਸਰਾ ਹੈ। ਤੇ ਬਸ ਗੱਲ ਖਤਮ ਆ। ਮੈਂ ਤੁਹਾਡਾ ਦਿੱਤਾ ਨਹੀਂ, ਉਹ ਪ੍ਰਭੂ ਪਰਮਾਤਮਾ ਦਾ ਦਿੱਤਾ ਖਾਂਦੀ ਹਾਂ। ਜਦੋਂ ਇਹ ਗੱਲ ਕਹਿ ਦਿੱਤੀ, ਤੇ ਹੁਣ ਆਪਾਂ ਨੂੰ ਪਤਾ ਵੀ ਜਿਹੜੇ ਪ੍ਰਭੂ ਪਰਮਾਤਮਾ ਤੇ ਭਰੋਸਾ, ਯਕੀਨ ਰੱਖਣ ਵਾਲੇ ਲੋਕ ਹੁੰਦੇ ਨੇ, ਉਹ ਕਿਸੇ ਦੇ ਗੁਲਾਮ ਨਹੀਂ ਹੁੰਦੇ, ਆਜ਼ਾਦ ਵਿਰਤੀ ਦੇ ਲੋਕ ਉਹ ਬਣ ਜਾਂਦੇ ਨੇ। ਕਦੇ ਇਹੀ ਏਦਾਂ ਦੀ ਕਹਾਣੀ ਪ੍ਰਹਿਲਾਦ ਦੇ ਘਰ ਵਾਪਰਦੀ ਆ। ਪ੍ਰਹਿਲਾਦ ਦਾ ਪੁੱਤ ਹੈ, ਵਾਹਿਗੁਰੂ ਬਾਪ ਹੈ ਹਰਨਾਕਸ਼, ਤੇ ਹਰਨਾਕਸ਼ ਵੀ ਆਪਣੇ ਪੁੱਤ ਨੂੰ ਬੜੇ ਠਰਮੇ ਦੇ ਨਾਲ ਸਮਝਾਉਂਦਾ ਵੀ ਮੇਰਾ ਹੀ ਨਾਮ ਜਪਿਆ ਕਰ, ਮੈਂ ਹੀ ਆ ਤੇਰੇ ਲਈ ਸਭ ਤੋਂ ਵੱਡਾ, ਹੋਰ ਨਹੀਂ ਕੋਈ ਹੈ। ਤੇ ਅੱਗੋਂ ਪ੍ਰਹਿਲਾਦ ਨੇ ਜਵਾਬ ਕੀ ਦਿੱਤਾ ਵੀ ਨਹੀਂ, ਉਹ ਪਰਮੇਸ਼ਰ ਪਰਮਾਤਮਾ ਹੈ, ਸਾਰੇ ਜੀਵਾਂ ਦੀ ਪਾਲਣਾ ਕਰਨ ਵਾਲਾ, ਤੇ ਉਸੇ ਦਾ ਜੀਵਨ ਦਿੱਤਾ ਹੋਇਆ ਮੈਂ ਜਿਉਂ ਰਿਹਾ ਹਾਂ। ਉਹਦੀ ਮਰਜ਼ੀ ਆ ਇਹ ਜੀਵਨ ਖੋ ਸਕਦਾ, ਤੇ ਉਹਦੀ ਮਰਜ਼ੀ ਹੈ ਇਹ ਜੀਵਨ ਨੂੰ ਚਲਾ ਸਕਦਾ ਹੈ। ਤੇਰਾ ਮੇਰੇ ਜੀਵਨ ਦੇ ਵਿੱਚ, ਮੇਰੇ ਸਰੀਰ ਨੂੰ ਚਲਾਉਣ ਦੇ ਵਿੱਚ ਕੋਈ ਵੀ ਬਹੁਤਾ ਰੋਲ ਨਹੀਂ ਹੈ। ਮੇਰਾ ਤੇਰੇ ਘਰ ਦੇ ਵਿੱਚ ਜਨਮ ਜ਼ਰੂਰ ਹੋਇਆ, ਪਰ ਮੈਨੂੰ ਚਲਾਉਣ ਵਾਲਾ, ਮੈਨੂੰ ਦੇਣ ਵਾਲਾ, ਮੇਰਾ ਆਸਰਾ ਕੇਵਲ ਤੇ ਕੇਵਲ ਪਰਮਾਤਮਾ ਹੈ। ਉਹ ਆਪਾਂ ਰੋਜ਼ ਸ਼ਬਦ ਪੜ੍ਹਦੇ ਵੀ ਆ। ਰਹਿਰਾਸ ਸਾਹਿਬ ਜੀ ਦੀ ਆਰੰਭਤਾ ਵੇਲੇ ਹਰ ਜੁਗ ਜੁਗ ਭਗਤੋ ਪਾਇਆ, ਪੈਜ ਰੱਖਦਾ ਆਇਆ RAM ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ। ਉੱਥੇ 2 ਹਵਾਲੇ ਦਿੱਤੇ ਆ, ਪ੍ਰਹਿਲਾਦ ਦਾ ਤੇ ਨਾਮਦੇਵ ਦਾ। ਇਥੋਂ ਸਿੱਧ ਕੀ ਹੋ ਗਿਆ ਵੀ ਜਿਨ੍ਹਾਂ ਨੇ ਉਹ ਪਰਮਾਤਮਾ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾਇਆ, ਉਹਨਾਂ ਨੂੰ ਕੋਈ ਜਿੱਤ ਨਹੀਂ ਸਕਿਆ। ਤਸੀਹੇ ਮਿਲ ਗਏ ਪ੍ਰਹਿਲਾਦ ਨੂੰ, ਬਹੁਤ ਜ਼ਿਆਦਾ ਤਸੀਹੇ ਦਿੱਤੇ ਨੇ, ਥੋੜੇ ਨਹੀਂ।
ਇਵੇਂ ਜਿਵੇਂ ਆਪ ਜੀ ਨੂੰ ਪਤਾ, ਨਾਮਦੇਵ ਵਰਗਿਆਂ ਨੂੰ ਵੀ ਬੜੇ ਤਸੀਹੇ ਮਿਲੇ ਨੇ, ਪਰ ਇੱਕੋ ਹੀ ਆਵਾਜ਼ ਸੀ ਵੀ ਸਾਡਾ ਰਾਖਾ, ਸਾਡੀ ਮਦਦ ਕਰਨ ਵਾਲਾ, ਸਾਡਾ ਭਰੋਸਾ, ਸਾਡਾ ਯਕੀਨ ਇੱਕ ਪ੍ਰਭੂ ਪਰਮਾਤਮਾ ਤੇ ਹੈ, ਉਹਦੇ ਤੋਂ ਬਿਨਾਂ ਹੋਰ ਕਿਤੇ ਯਕੀਨ ਨਹੀਂ ਹੈ। ਬਸ ਗੱਲ ਖਤਮ ਆ। ਇਵੇਂ ਜਿਵੇਂ ਜਦੋਂ ਆਪਾਂ ਹੁਣ ਗੁਰਬਾਣੀ ਅੱਜ ਦਾ ਸ਼ਬਦ ਰਹਾਉ ਦਾ ਪੜ੍ਹਿਆ, ਇਹਦੇ ਵਿੱਚ ਵੀ ਯਕੀਨ ਦੀ ਗੱਲ ਕੀਤੀ ਹੈ, ਭਰੋਸੇ ਦੀ ਵੀ। ਇੱਕ ਪਰਮਾਤਮਾ ਦਾ ਨਾਮ ਜਪ ਤੇ ਉਹ ਵਾਹਿਗੁਰੂ ਤੇ ਭਰੋਸਾ ਰੱਖ, ਉਹ ਪਰਮਾਤਮਾ ਹੀ ਤੇਰੀ ਜ਼ਿੰਦਗੀ ਨੂੰ ਚਲਾ ਰਿਹਾ। ਅੰਦਰ ਬੈਠਾ ਨਾ, ਉਹ ਵਾਹਿਗੁਰੂ ਸਾਡੇ ਸਰੀਰ ਨੂੰ ਚਲਾ ਰਿਹਾ ਹੈ। ਇੱਥੇ ਆਪਾਂ ਇਸ਼ਾਰਾ ਕੀ ਲੈਤਾ ਵੀ ਜਦੋਂ ਲਾਸਟ ਵਾਲੀ ਲੜਕੀ ਨੂੰ ਪੁੱਛਿਆ ਗਿਆ ਵੀ ਤੂੰ ਕਿਹਦਾ ਦਿੱਤਾ ਖਾਨੀ ਆ, ਤਾਂ ਉਹਨੇ ਜਵਾਬ ਦੇ ਦਿੱਤਾ ਵੀ ਮੈਂ ਤੇਰਾ ਦਿੱਤਾ ਨਹੀਂ ਖਾਂਦੀ। ਜਿਹੜੀਆਂ 6 ਨੇ ਪਹਿਲਾਂ ਕਿਹਾ ਨਾ ਵੀ ਅਸੀਂ ਤੇਰਾ ਦਿੱਤਾ ਖਾਂਦੀਆਂ, ਤੇ ਅਗਲੀ ਨੇ 7ਵੀਂ ਨੇ ਜਵਾਬ ਦੇ ਦਿੱਤਾ ਵੀ ਤੇਰਾ ਦਿੱਤਾ ਨਹੀਂ, ਮੈਂ ਪਰਮਾਤਮਾ ਦਾ ਦਿੱਤਾ ਖਾਂਦੀ ਆ। ਤੇ ਹੁਣ ਗੱਲ ਇੱਥੇ ਵੀ ਜਮ ਕੰਕਰ, ਜਮਦੂਤ। ਹੁਣ ਬਾਪ ਆਪਣੀ ਧੀ ਲਈ ਜਮਦੂਤ ਦਾ ਰੂਪ ਧਾਰਨ ਕਰ ਗਿਆ। ਚਲੋ ਅੱਗੇ ਆਪਾਂ ਸੁਣਦੇ ਹਾਂ, ਬੜੇ ਵਾਰੀ ਇਹ ਕਹਾਣੀ ਤੁਸੀਂ ਢਾਡੀਆਂ ਰਾਗੀਆਂ ਪਾਸੋਂ ਸ਼ਰਵਣ ਕੀਤੀ ਹੋਣੀ ਆ, ਕਥਾਵਾਚਕਾਂ ਪਾਸੋਂ ਸੁਣੀ ਹੋਣੀ ਆ, ਆਮ ਜੀ ਕਹਾਣੀਆਂ ਇਹ। ਪਰ ਆਪਾਂ ਇਹ ਵੇਖਣਾ, ਇੱਕ ਤਾਂ ਜਮਦੂਤ ਕੌਣ ਆ, ਨੰਬਰ 2 ਤੇ ਜਿਨ੍ਹਾਂ ਨੂੰ ਪ੍ਰਮਾਤਮਾ ਤੇ ਯਕੀਨ ਹੁੰਦਾ, ਜਮਦੂਤ ਉਹਨਾਂ ਤੇ ਅਸਰ ਕਰਦਾ ਜਾਂ ਨਹੀਂ ਕਰਦਾ। ਜਦੋਂ ਇਸ ਤਰ੍ਹਾਂ ਦਾ ਆਪਾਂ ਨਕਸ਼ਾ ਬਣਾ ਕੇ ਵਿੱਚੋਂ ਵੇਖਾਂਗੇ ਨਾ, ਫਿਰ ਸਾਨੂੰ ਸਮਝ ਆ ਜਾਣੀ ਆ ਵੀ ਗੁਰੂ ਸਾਹਿਬ ਜੀ ਕੀ ਕਹਿਣਾ ਚਾਹੁੰਦੇ ਨੇ। ਕਿਉਂਕਿ ਗੁਰਬਾਣੀ ਆਪਾਂ ਪੜ੍ਹ ਰਹੇ ਹਾਂ, ਵਿਚਾਰ ਰਹੇ ਹਾਂ, ਕਹਾਣੀ ਰਾਹੀਂ, ਕਿਸੇ ਸਾਖੀ ਰਾਹੀਂ ਗੱਲ ਨੂੰ ਸਮਝਣਾ ਹੁੰਦਾ। ਜਾਣੀ ਕਿ ਆਪਾਂ ਸਾਖੀ ਨੂੰ ਫਾਰਮੂਲਾ ਕਹਿ ਸਕਦੇ ਹਾਂ ਗੁਰਬਾਣੀ ਨੂੰ ਸਮਝਣ ਦੇ ਲਈ। ਜਦੋਂ ਹੁਣ ਜਵਾਬ ਦੇ ਦਿੱਤਾ ਤੇ ਬਾਪ ਹੁਣ ਜਮਦੂਤ ਦਾ ਰੂਪ ਧਾਰਨ ਕਰ ਗਿਆ। ਇਧਰੋਂ ਆਪਾਂ ਇਸ਼ਾਰਾ ਲੈਤਾ ਸੀ ਭਗਤ ਪ੍ਰਹਿਲਾਦ ਦੇ ਬਾਪੂ ਨੇ ਜਮਦੂਤ ਦਾ ਰੂਪ ਧਾਰਨ ਕਰ ਲਿਆ। ਹਰਨਾਕਸ਼ ਨੇ ਜਮਦੂਤ ਬਣ ਗਿਆ ਨਾ, ਕਦੇ ਤੱਤੇ ਥੰਮ ਨੂੰ ਜੱਫੀ ਪਾ, ਕਦੇ ਕਿਵੇਂ, ਕਦੇ ਕਿਵੇਂ, ਕਦੇ ਕਿਵੇਂ, ਆਖਰਕਾਰ ਕਿੰਨੇ ਤਸੀਹੇ ਦਿੱਤੇ ਨੇ, ਕਿੰਨੇ, ਇੱਕ ਨਹੀਂ। ਪਰ ਉਹ ਜਮਦੂਤ ਦਾ ਰੂਪ ਧਾਰਨ ਵਾਲਾ ਬਾਪ ਆਪਣੇ ਪੁੱਤ ਨੂੰ, ਰੱਬ ਤੇ ਭਰੋਸਾ ਰੱਖਣ ਵਾਲੇ ਨੂੰ ਜਿੱਤ ਨਹੀਂ ਸਕਿਆ। ਇਵੇਂ ਜਿਵੇਂ ਸਾਡੇ ਸੰਸਾਰ ਦੇ ਵਿੱਚ ਅੱਜ ਵੀ ਕੁਝ ਚੱਲਦਾ, ਇਹ ਨਹੀਂ ਹੈ ਵੀ ਨਹੀਂ ਚੱਲਦਾਗਾ। ਚਲੋ ਹੁਣ ਜਿਹੜੀ ਲਾਸਟ ਵਾਲੀ ਸੀ, ਉਹਦਾ ਨਾਮ ਸੀ ਰਜਨੀ, ਤੁਸੀਂ ਆਪ ਸਾਰੇ ਜਾਣਦੇ ਹੋ। ਤੇ ਉਹਨੂੰ ਕਿਹਾ ਵੀ ਤੂੰ ਕਿਹਦਾ ਦਿੱਤਾ, ਤੇ ਉਹਨੇ ਵੀ ਜਵਾਬ ਦਿੱਤਾ ਤੇਰਾ ਦਿੱਤਾ ਨਹੀਂ, ਮੈਂ ਤਾਂ ਪਰਮਾਤਮਾ ਤੇ ਟੇਕ ਰੱਖਣ ਵਾਲੀ ਆ, ਵਾਹਿਗੁਰੂ ਪਰਮਾਤਮਾ ਦਾ ਦਿੱਤਾ ਹੀ ਖਾਨੀ ਆ, ਉਹੀ ਦਿੰਦਾ ਮੈਨੂੰ। ਕਿਉਂ? ਕਿਉਂਕਿ ਮੇਰੇ ਜੰਮਣ ਤੋਂ ਪਹਿਲਾਂ ਮੇਰੇ ਮਾਲਕ ਨੇ ਨਾ ਮੇਰੇ ਭੋਜਨ ਦਾ ਪ੍ਰਬੰਧ ਕੀਤਾ ਸੀ। ਕੱਲਾ ਮੇਰਾ ਨਹੀਂ, ਉਹ ਹਰੇਕ ਦੀ ਕਰਦਾ। ਸੈਲ ਪੱਥਰ ਮੈਂ ਜੰਤ ਉਪਾਇਆ, ਤਾਂ ਕਾ ਰਿਜ਼ਕ ਆਗੇ ਕਰ ਧਰਿਆ। ਬਾਪ ਧਾਰਨ ਕਰ ਗਿਆ ਜਮਦੂਤ ਦਾ ਰੂਪ। ਤੇ ਹੁਣ ਜਿਹੜੀ ਅਗਲੀ ਕਹਾਣੀ ਆ, ਇਹ ਆਪਾਂ ਵੇਖਣੀ ਆ ਵੀ ਉਹ ਜੋ ਸੁਣਿਆ ਉਵੇਂ ਆ ਜਾਂ ਉਦੋਂ ਉਲਟਾ। ਦੇਖੋ ਸੁਣਿਆ ਕੀ ਆ, ਪਹਿਲਾਂ ਆਪਾਂ ਉਹ ਨਾਲ ਤੈਅ ਲਾ ਲਓ ਵੀ ਉਸ ਟਾਈਮ ਤੇ ਬਾਪ ਨੇ ਫੈਸਲਾ ਕੀਤਾ ਵੀ ਇਹਨੂੰ ਕਿਸੇ ਪਿੰਗਲੇ ਦੇ, ਕੋੜੀ ਦੇ ਲੜ ਲਾਇਆ ਜਾਵੇ। ਵੇਖ ਲਾਂਗੇ ਇਹਨੂੰ ਪ੍ਰਮਾਤਮਾ ਖਵਾਉਂਦਾ ਜਾਂ ਨਹੀਂ ਖਵਾਉਂਦਾ। ਇਹਨੂੰ ਕੋੜੀ ਬੰਦੇ ਦੇ ਨਾ, ਨਕੰਮੇ ਬੰਦੇ ਦੇ ਲੜ ਲਾਇਆ ਜਾਵੇ। ਉੱਥੇ ਜੋ ਰੂਪ ਧਾਰਨ ਕੀਤਾਗਾ ਵੀ ਇੱਕ ਸੜਕ ਤੇ ਬੈਠਾ, ਰਾਹ ਦੇ ਵਿੱਚ ਬੈਠਾ, ਜਿਹਦੇ ਤਨ ਤੇ ਕੋੜ ਚੱਲਿਆ ਹੋਇਆਗਾ, ਬਿਲਕੁਲ ਨਕੰਮਾ, ਉਹਦੇ ਨਾਲ ਬੀਬੀ ਰਜਨੀ ਦਾ ਵਿਆਹ ਕਰ ਦਿੱਤਾ। ਆਪਾਂ ਇਹ ਸੁਣਦੇ ਆ। ਚਲੋ ਉਸ ਤੋਂ ਬਾਅਦ ਜੋ ਕਹਾਣੀ ਅਗਲੀ ਆ ਵੀ ਬੀਬੀ ਆਪਣੇ ਪਤੀ ਨੂੰ ਟੋਕਰੀ ਚੱਕ ਕੇ ਜਾਂ ਕਿਵੇਂ ਵੀ ਲਾ ਲਓ ਦਰਬਾਰ ਸਾਹਿਬ ਪਹੁੰਚ ਜਾਂਦੀ ਆ। ਤੇ ਦਰਬਾਰ ਸਾਹਿਬ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਉਹਦੇ ਪਤੀ ਦਾ ਜਿਹੜਾ ਕੋੜ ਆ ਉਹ ਹਟ ਜਾਂਦਾ। ਇੱਥੋਂ ਤੱਕ ਆਪਾਂ ਸੁਣਿਆ। ਉਹ ਬੇਰੀ ਵੀ ਅੱਜ ਉੱਥੇ ਜਿਹੜੀ ਸਰੋਵਰ ਦੇ ਕੰਢੇ ਤੇ ਆ ਨਾ, 3 ਵੇਰੀਆਂ ਨੇ, ਲਾਚੀ ਵੇਰੀ, ਬਾਬਾ ਬੁੱਢਾ ਜੀ ਵਾਲੀ ਤੇ ਬੀਬੀ ਰਜਨੀ ਨਾਲ ਜੁੜੀ ਹੋਈ ਜਿਹੜੀ ਕਹਾਣੀ ਆ, ਉਹ ਵੇਰੀ ਦੁੱਖ ਭੰਜਣੀ ਵੇਰੀ ਜਿਹਨੂੰ ਆਪਾਂ ਕਹਿ ਦਿੰਦੇ ਆ। ਪਰ ਜਿਹੜੀ ਅਸਲੀਅਤ ਆ ਗਈ, ਗੁਰੂ ਸਾਹਿਬ ਜੀ ਕਹਿੰਦੇ ਵੀ ਉਹ ਆ ਗਈ।
ਜਿਹੜਾ ਤਾਂ ਲੋਕ ਪ੍ਰਚਲਿਤ ਬੋਲੀ ਆ ਉਹ ਤਾਂ ਇਹ ਆ ਵੀ ਆਪਾਂ ਸੁਣ ਲਈ, ਜਿਹੜੀ ਗੁਰਮਤ ਦੇ ਸੀਸੇ ਰਾਹੀਂ ਵੇਖਣੀ ਆ ਉਹ ਗੱਲ ਆ ਗਈ ਆ ਵੀ ਉਸ ਟਾਈਮ ਤੇ ਬੀਬੀ ਨੇ ਕਿਹਾ ਸੀ ਵੀ ਮੈਂ ਤਾਂ ਪਰਮਾਤਮਾ ਦਾ ਦਿੱਤਾ ਖਾਨੀ ਆ ਤੇ ਪਰਮਾਤਮਾ ਹੀ ਮੈਨੂੰ ਖਵਾਉਂਦਾ ਹੈ। ਤੇ ਜਦੋਂ ਆਪਾਂ ਆਪਣੀ ਧੀ ਵਾਸਤੇ ਪਤੀ ਦੀ ਚੋਣ ਕਰਦੇ ਆ, ਬੱਚੇ ਦੀ ਚੋਣ ਕਰਦੇ ਆ, ਤਾਂ ਉਦੋਂ ਸਭ ਤੋਂ ਪਹਿਲਾਂ ਹਰ ਇੱਕ ਬਾਪ, ਹਰ ਇੱਕ ਮਾਂ ਇਹ ਵੇਖਦੀ ਆ ਵੀ ਜਿਸ ਲੜਕੇ ਦੇ ਮੇਰੀ ਬੱਚੀ ਲੜ ਲਾਈ ਜਾ ਰਹੀ ਆ ਵੀ ਉਹ ਕੰਮ ਕਰਦਾ ਕਿ ਨਹੀਂ ਕਰਦਾ। ਆਹ ਗੱਲ ਦੇਖੀ ਜਾਂਦੀ ਵੀ ਕੰਮ ਵਾਲਾ ਜਾਂ ਨਹੀਂ ਕੰਮ ਵਾਲਾ। ਕਈ ਵਾਰ ਧੋਖੇ ਨਾਲ ਨਕੰਮਿਆਂ ਨਾਲ ਵੀ ਵਿਆਹ ਹੋ ਜਾਂਦੇ ਨੇ, ਪਰ ਵੇਖਿਆ ਸਭ ਤੋਂ ਪਹਿਲਾਂ ਇਹ ਸਟੈਪ ਜਾਂਦਾ ਵੀ ਕੰਮ ਵਾਲਾ ਜਾਂ ਨਹੀਂ ਕੰਮ ਵਾਲਾ। ਹੁਣ ਜਿਹੜਾ ਇਥੋਂ ਦਾ ਦ੍ਰਿਸ਼ਟਾਂਤ ਆ ਉਹ ਇਹ ਆ ਵੀ ਇਹਨੇ ਆਪਣੀ ਧੀ ਦਾ ਵਿਆਹ ਨਕੰਮੇ ਬੰਦੇ ਨਾਲ ਕੀਤਾ ਸੀ, ਕੋੜੀ ਨਹੀਂ, ਨਕੰਮਾ, ਜਿਹੜਾ ਕੰਮ ਨਹੀਂ ਸੀ ਕਰਦਾ, ਜਿਹਨੂੰ ਕੰਮ ਕਰਨਾ ਪਸੰਦ ਨਹੀਂ ਸੀਗਾ। ਜਦੋਂ ਬੰਦੇ ਨੂੰ ਕੰਮ ਕਰਨਾ ਨਹੀਂ ਪਸੰਦ ਤੇ ਉਦੋਂ ਮੈਂ ਵੇਖੂੰਗਾ ਵੀ ਜਿਹੜਾ ਬੰਦਾ ਖੁਦ ਕੰਮ ਨਹੀਂ ਕਰਦਾ ਵੀ ਹੁਣ ਤੈਨੂੰ ਪਰਮਾਤਮਾ ਦਿੰਦਾ ਕਿ ਨਹੀਂ ਦਿੰਦਾਗਾ। ਜਦੋਂ ਨੇ ਕੰਮ ਹੀ ਨਾ ਕੀਤਾ ਤਾਂ ਤੈਨੂੰ ਖਵਾਊ ਕਿੱਥੋਂ? ਜਦੋਂ ਘਰ ਦੇ ਵਿੱਚ ਲਿਆਂਦਾ ਕੁਛ ਨਾ ਤੇ ਫਿਰ ਆਪੇ ਭੁੱਖੀ ਮਰੇਂਗੀ ਤੇ ਮੇਰੇ ਕੋਲੇ ਆਵੇਂਗੀ। ਜਿਹੜਾ ਹਵਾਲਾ ਨਾ ਗੁਰੂ ਸਾਹਿਬ ਨੂੰ ਦਿੱਤਾਗਾ ਆ, ਪਰ ਉਹਨੂੰ ਰੂਪ ਅਸੀਂ ਦੂਜਾ ਦਿੱਤਾ ਵੀ ਕੋੜ ਵਾਲਾ। ਚਲੋ ਫਿਰ ਅੱਗੇ ਜਾ ਕੇ ਜਦੋਂ ਵਿਆਹ ਹੋ ਗਿਆ ਤੇ ਇਹ ਬੀਬੀ ਬੜੀ ਪਰਮਾਤਮਾ ਤੇ ਟੇਕ ਰੱਖਣ ਵਾਲੀ ਆ, ਰੱਬ ਤੇ ਭਰੋਸਾ ਰੱਖਣ ਵਾਲੀ ਆ। ਆਪਣੇ ਪਤੀ ਨੂੰ ਕਹਿੰਦੀ ਵੀ ਜਦੋਂ ਆਪਣਾ ਵਿਆਹ ਹੋ ਗਿਆ ਵੀ ਸਭ ਤੋਂ ਪਹਿਲਾਂ ਆਪਾਂ ਦਰਬਾਰ ਸਾਹਿਬ ਜਾਣਾ। ਵੈਸੇ ਹਰ ਇੱਕ ਸਿੱਖ ਦੀ ਫਰਜ਼ ਹੁੰਦਾਗਾ ਵੀ ਜਿਹੜਾ ਸਾਡਾ ਕੇਂਦਰੀ ਸਥਾਨ ਆ ਹਰਮੰਦਰ ਸਾਹਿਬ ਵੀ ਅਸੀਂ ਜ਼ਰੂਰ ਨਮਸਤਕ ਹੋਈਏ। ਜਦੋਂ ਵੀ ਵਕਤ ਮਿਲੇ ਦਰਬਾਰ ਸਾਹਿਬ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਸ਼ਨ ਕਰੀਏ। ਅਰਦਾਸ ਬੇਨਤੀ ਜੋ ਵੀ ਗੁਰਬਾਣੀ ਕੀਰਤਨ ਹੈ, ਸੇਵਾ ਹੈ, ਜ਼ਰੂਰ ਕਰੀਏ ਤੇ ਆਪਣਾ ਦਸਵੰਧ ਵੀ ਜ਼ਰੂਰ ਦੇਈਏ। ਬੜੇ ਲੋਕ ਨੇ ਇਹ ਨਹੀਂ ਕਰਨਾ ਚਾਹੀਦਾ, ਇਹ ਨਹੀਂ ਕਰਨਾ ਚਾਹੀਦਾ, ਪਰ ਜੋ ਸ਼ਰਧਾ ਕੀ ਸਾਨੂੰ ਸਾਡੇ ਗੁਰੂ ਤੇ ਹੋਣੀ ਅਤੀ ਜ਼ਰੂਰੀ ਆ। ਹੁਣ ਜਦੋਂ ਨਕੰਮੇ ਨਾਲ ਵਿਆਹ ਕਰ ਦਿੱਤਾ, ਉਹਨੂੰ ਪ੍ਰੇਰਿਤ ਕੀਤਾ, ਮੇਰੇ ਲਈ ਤੂੰ ਮੇਰੇ ਵਾਸਤੇ ਬਹੁਤ ਵੱਡਾ ਤੋਹਫਾ, ਮੇਰੇ ਬਾਪ ਨੇ ਤੈਨੂੰ ਪੂਰੀ ਦੁਨੀਆ ਦੇ ਵਿੱਚੋਂ ਵਿਸ਼ੇਸ਼ ਚੁਣ ਕੇ ਨਾ ਉਹਨੂੰ ਹੌਸਲਾ ਦਿੱਤਾ, ਵਿਸ਼ੇਸ਼ ਚੁਣ ਕੇ ਤੇਰੇ ਨਾਲ ਮੇਰਾ ਵਿਆਹ ਕੀਤਾਗਾ। ਚੱਲ ਸਭ ਤੋਂ ਪਹਿਲਾਂ ਘਰ ਵਸਾਉਣ ਤੋਂ ਪਹਿਲਾਂ ਨਾ ਆਪਾਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੇ ਚਲੇ ਗਏ। ਜਦੋਂ ਦੋਵੇਂ ਜਣੇ ਦਰਬਾਰ ਸਾਹਿਬ ਚਲੇ ਗਏ ਨਾ ਤੇ ਉੱਥੇ ਜਾ ਕੇ ਹੁਣ ਜਿਹੜੀ ਕਹਾਣੀ ਦੂਜੀ ਆ ਵੀ ਉਹ ਕੋੜੀ ਨੇ ਦੇਖੇ ਕਾਂ, ਕਾਲਾ ਕਾਂ ਸਰੋਵਰ ਚ ਵੜਦਾ ਤੇ ਚਿੱਟਾ ਹੋ ਕੇ ਨਿਕਲ ਜਾਂਦਾ। ਹੁਣ ਇਹ ਗੱਲ ਦਾ ਇੱਥੇ ਜਵਾਬ ਦਿਓ। ਚਲੋ ਆਪਣੀ ਗੱਲ ਚੱਲ ਪਈ ਵੀ ਅੱਜ ਤੱਕ ਕਿਸੇ ਨੇ ਚਿੱਟਾ ਕਾਂ ਨਹੀਂ ਵੇਖਿਆਗਾ। ਜੇ ਚਿੱਟੇ ਕਾਂ ਉਦੋਂ ਪੈਦਾ ਹੋਏ ਸੀ ਫਿਰ ਉਹ ਕਿੱਧਰ ਗਏ ਅੱਜ? ਉਹਨਾਂ ਦਾ ਕੋਈ ਥੋੜਾ ਬਹੁਤਾ ਨਮੋ ਨਿਸ਼ਾਨ ਤਾਂ ਹੋਣਾ ਸੀ ਨਾ, ਪਰ ਨਹੀਂ। ਗੁਰੂ ਸਾਹਿਬ ਇਸ ਗੱਲ ਨੂੰ ਨਹੀਂ ਮੰਨਦੇ, ਅਸੀਂ ਮੰਨਦੇ ਆ। ਸਾਡੇ ਸਿੱਖ ਨੇ ਜਿਹੜਾ ਭਾਈਚਾਰਾ ਗਾ ਉਹ ਮੰਨਦਾ ਵੀ ਹਾਂ ਇਦਾਂ ਦੀ ਗੱਲ ਹੈਗੀ ਆ, ਪਰ ਜਿਹੜੀ ਆਪਣੀ ਵਿਚਾਰ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵਿਚਾਰ ਆ, ਇਹ ਦੂਜਾ ਪੱਖ ਇਹ ਵਿਖਾਉਂਦੀ ਆ ਵੀ ਜਿਹੜਾ ਉਹ ਨਕੰਮਾ ਬੰਦਾ ਸੀ ਨਾ, ਜਦੋਂ ਉਹ ਦਰਬਾਰ ਸਾਹਿਬ ਆ ਗਿਆ ਆਪਣੇ ਘਰ ਵਾਲੀ ਦੇ ਨਾਲ, ਜਿਹਨੂੰ ਕੰਮ ਕਰਨਾ ਪਸੰਦ ਹੀ ਨਹੀਂ ਸੀ ਵੀ ਮੈਂ ਤਾਂ ਕੰਮ ਕਰਨਾ ਹੀ ਨਹੀਂ, ਨਕੰਮਾ, ਜਮਾ ਨਕੰਮਾ ਬਿਲਕੁਲ। ਤੇ ਉੱਥੇ ਜਾ ਕੇ ਕੀ ਵੇਖਿਆ? ਗੁਰੂ ਪਾਤਸ਼ਾਹ ਨੇ ਪਾਵਨ ਬਾਣੀ ਵਿੱਚ ਵੀ ਉਚਾਰਨ ਕੀਤਾਗਾ, ਸਤਿਗੁਰ ਸਤਵਾਦੀ ਅੰਮ੍ਰਿਤਸਰ। ਅੰਮ੍ਰਿਤਸਰ ਭਾਵ ਦਰਬਾਰ ਸਾਹਿਬ ਦੇ ਵਿੱਚ ਜਿਤ ਨਹਾਤੈ ਕਊਆ ਹੰਸ ਹੋਹੈ। ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿਤ ਨਹਾਤੈ ਕਊਆ, ਜ਼ਿਕਰ ਜ਼ਰੂਰ ਕੀਤਾ ਵੀ ਕਾਂ ਨਹਾਤਾ ਤੇ ਹੰਸ ਬਣ ਗਿਆ, ਪਰ ਉਹ ਕੀ ਸੀਗਾ? ਕਾਂ ਕੌਣ ਆ? ਸਾਡੀ ਬਿਰਤੀ ਕਾਲੀ ਹੋਈ ਪਈ ਹੈ ਨਾ, ਬਿਰਤੀ ਜਿਹੜੀ ਸਾਡੀ ਕਾਲੀ ਹੋਈ ਪਈ ਆ। ਦਰਬਾਰ ਸਾਹਿਬ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਬੈਠ ਕੇ ਕਾਲੀ ਬਿਰਤੀ ਦਾ ਇਸ਼ਨਾਨ ਸਤ ਸੰਗਤ ਸਰੋਵਰ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਰਾਹੀਂ ਕਰਵਾ ਕੇ, ਆਪਣੇ ਮਨ ਦਾ ਇਸ਼ਨਾਨ ਕਰਵਾ ਕੇ, ਮਨ ਦੀ ਕਾਲਖ ਲਾ ਕੇ ਮਨ ਰੂਪੀ ਕਾਲਾ ਕਾਂ ਚਿੱਟਾ ਬਣ ਜਾਂਦਾ। ਉੱਥੋਂ ਵਾਪਸ ਆਉਣ ਵੇਲੇ ਚਿੱਟਾ ਬਣ ਕੇ ਨਿਕਲਦਾ।
ਜਿਹੜੀ ਵਿਚਾਰ ਆ ਤਾਂ ਗੁਰੂ ਸਾਹਿਬ ਨੇ ਆ ਦਿੱਤੀ ਆ। ਅੰਮ੍ਰਿਤਸਰ ਸਤਿਗੁਰ ਸਤਵਾਦੀ, ਜਿਤ ਨਾਤੈ ਕਊਆ ਹੰਸ ਹੋਹੈ। ਪਰ ਅਸੀਂ ਕੀ ਬਣਾਤਾ, ਅਸੀਂ ਕਾਂ ਕਾਲੇ ਸਰੋਵਰ ਵਿੱਚ ਉਤਰਦੇ ਦਿਖਾਤੇ ਤੇ ਚਿੱਟੇ ਕਾਂ ਬਾਹਰ ਨਿਕਲਦੇ ਦਿਖਾਤੇ, ਵੀ ਆ ਕਾਲਾ ਕਾਂ ਵਿੱਚ ਵੜਿਆ ਸੀ ਪਾਣੀ 'ਚ ਤੇ ਚਿੱਟਾ ਬਣ ਕੇ ਬਾਹਰ ਨਿਕਲ ਗਿਆ। ਹੁਣ ਇੱਕ ਨੰਬਰ ਤੇ ਤਾਂ ਜਾ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਇਹਨੇ ਆਪਣੀਆਂ ਅੱਖਾਂ ਨਾਲ ਵੇਖਿਆ, ਉੱਥੇ ਜਿੰਨੇ ਲੋਕ ਫਿਰਦੇ ਨੇ ਇੱਕ ਵੀ ਨਹੀਂ ਵਿਹਲਾ। ਜਿੰਨੇ ਫਿਰਦੇ ਨੇ, ਕੋਈ ਝਾੜੂ ਮਾਰੀ ਜਾਂਦਾ, ਕੋਈ ਬਰਤਨ ਸਾਫ਼ ਕਰੀ ਜਾਂਦਾ, ਕੋਈ ਸੇਵਾ ਕਰੀ ਜਾਂਦਾ, ਕਿਤੇ ਕੋਈ ਸੇਵਾ ਕਰੀ ਜਾਂਦਾ। ਇਹਨੂੰ ਅਹਿਸਾਸ ਹੋਇਆ, ਉਹ ਨਕੰਮਿਆ, ਉਹ ਕੋੜੀਆ। ਆਪਾਂ ਕੋੜੀ ਕਿਹਨੂੰ ਕਹਿੰਦੇ ਹੁਣ? ਨਕੰਮੇ ਬੰਦੇ ਨੂੰ। ਹੁਣ ਉਹ ਬਾਪ ਨੇ ਉਦਾਂ ਸਰੀਰ ਤੇ ਕੋੜ ਚੱਲਣ ਵਾਲੇ ਵਿਅਕਤੀ ਨਾਲ ਨਹੀਂ ਆਪਣੀ ਧੀ ਵਿਆਹੀ, ਨਕੰਮੇ ਨਾਲ ਵਿਆਹਤੀ, ਜਿਹੜੇ ਨੂੰ ਆਪਾਂ ਕੋੜੀ ਕਹਿ ਦਿੰਦੇ ਆ ਵੀ ਜਮਾ ਕਿਸੇ ਕੰਮ ਦਾ ਨਹੀਂ, ਨਕੰਮਾ ਗਾ, ਵੀ ਹੁਣ ਦੇਖੂ ਤੈਨੂੰ ਪ੍ਰਮਾਤਮਾ ਦਿੰਦਾ ਜਾਂ ਨਹੀਂ ਦਿੰਦਾ। ਉੱਥੇ ਜਾ ਕੇ ਜਿੰਨਿਆਂ ਨੂੰ ਵੇਖਿਆ ਸਾਰੇ ਕਿਰਤੀ ਨੇਗੇ, ਸਭ ਕੰਮ ਕਰ ਰਹੇ ਨੇਗੇ। ਤੇ ਨੰਬਰ 2 ਤੇ ਗੁਰਬਾਣੀ ਸੁਣੀ, ਕਿਰਤ ਨੂੰ ਮੁੱਖ ਰੱਖ ਕੇ ਗੁਰੂ ਸਾਹਿਬ ਨੇ ਸ਼ਬਦ ਦੀ ਵਿਚਾਰ ਕੀਤੀ ਤੇ ਉਹ ਵਿਚਾਰ ਨੂੰ ਅਪਣਾਇਆ। ਤੇ ਜਦੋਂ ਦਰਬਾਰ ਸਾਹਿਬ ਤੋਂ ਵਾਪਸ ਪਰਤਿਆ ਨਾ, ਆਪਣੀ ਪਤਨੀ ਨਾਲ ਦੋਵਾਂ ਜਣਿਆਂ ਨੇ ਮਿਲ ਕੇ ਧੰਨ ਗੁਰੂ ਰਾਮਦਾਸ ਮਹਾਰਾਜ, ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਚ ਬੇਨਤੀ ਕੀਤੀ, ਅੱਜ ਤੋਂ ਬਾਅਦ ਅਸੀਂ ਬਿਨਾਂ ਕੰਮ ਤੋਂ ਜ਼ਿੰਦਗੀ ਨਹੀਂ ਗੁਜ਼ਾਰਾਂਗੇ, ਤੇਰੇ ਤੇ ਭਰੋਸਾ ਰੱਖ ਕੇ ਸਖਤ ਮਿਹਨਤ ਕਰਾਂਗੇ ਤੇ ਤੇਰੇ ਨਾਲ ਜੁੜ ਕੇ ਆਪਣੀ ਸੋਹਣੀ ਜ਼ਿੰਦਗੀ ਬਤੀਤ ਕਰਾਂਗੇ। ਆਹ ਬੇਨਤੀ ਆਉਂਦਿਆਂ ਨੇ ਕੀਤੀ ਆ। ਪਹਿਲਾਂ ਗਏ, ਦੁਨੀਆ ਦੇ ਲੋਕ ਉੱਥੇ ਵੇਖੇ ਸਭ ਕਿਰਤੀ ਨੇ, ਉਹ ਨਹੀਂ ਵੇਖੇ ਵੀ ਕਾਂ ਵੜ ਗਿਆ ਸਰੋਵਰ 'ਚ ਤੇ ਚਿੱਟਾ ਬਣ ਕੇ ਨਿਕਲ ਗਿਆ। ਉਹ ਸਾਡੀ ਮਨੌਤ ਆ, ਸਾਨੂੰ ਪਸੰਦ ਹੀ ਇਹ ਕੁਛ ਆ ਨਾ। ਪਰ ਜੇ ਹੁੰਦੇ ਤਾਂ ਸਵਾਲ ਆ ਵੀ ਅੱਜ ਉਹ ਕਾਂ ਚਿੱਟੇ ਕਿੱਧਰ ਗਏ, ਪਰ ਇਹ ਕੁਛ ਨਹੀਂ ਸੀ। ਨੰਬਰ 2 ਤੇ ਜਿੱਥੇ ਸੰਗਤਾਂ ਦਾ ਆਉਣ ਜਾਣ ਹੋਵੇ ਤਾਂ ਉੱਥੇ ਕੋਈ ਪੰਛੀ ਛੇਤੀ ਨਹੀਂ ਆਉਂਦਾ। ਜੇ ਆਉਂਦਾ ਦੱਸੋ। ਨੰਬਰ 2 ਤੇ ਹੁਣ ਇੱਥੇ ਜਾ ਕੇ ਪਹਿਲਾਂ ਕਿਰਤੀ ਬੰਦੇ ਦੇਖੇ, ਫਿਰ ਗੁਰੂ ਦੀ ਬਾਣੀ ਸੁਣੀ। ਜਿਹੜੀ ਵਿਚਾਰ ਹੋ ਰਹੀ ਆ ਉਹ ਕਿਰਤ ਨੂੰ ਸੰਬੋਧਨ ਕਰਕੇ ਹੋ ਰਹੀ ਆ ਵੀ ਗੁਰੂ ਬਰਕਤਾਂ ਨਕੰਮਿਆਂ 'ਚ ਨਹੀਂ ਪਾਉਂਦਾ, ਬੇਲਣਾ 'ਚ ਨਹੀਂ ਪਾਉਂਦਾ, ਕਿਰਤੀਆਂ ਤੇ ਬਰਕਤਾਂ ਪਾਉਂਦਾ ਗੁਰੂ। ਤੇ ਇਹਨੇ ਪਰਨ ਕਰ ਲਿਆ ਵੀ ਅੱਜ ਤੋਂ ਬਾਅਦ ਮੈਂ ਜ਼ਿੰਦਗੀ ਆ ਜਿਹੜੀ ਨਾ ਉਹ ਕਿਰਤ ਨਾਲ ਜੁੜ ਕੇ ਬਤੀਤ ਕਰਾਂਗਾ। ਤੇ ਆਉਣ ਵਾਲਾ ਵਕਤ ਕਿਹੋ ਜਿਹਾ ਹੋਇਆ, ਆਪਣੀ ਬੋਲੀ ਵੀ ਹੈ ਨਾ, ਤਰੱਕੀ ਦਾ ਇੱਕੋ ਹੀ ਰਸਤਾ ਹੈਗਾ, ਸਖਤ ਮਿਹਨਤ ਆਰੰਭ ਕਰ ਦਿੱਤੀ। ਰਾਜੇ ਦੀ ਧੀ ਸੀ, ਸੇਠ ਦੀ ਧੀ ਸੀ, ਦੁਬਾਰਾ ਫੇਰ ਆਪਣੇ ਘਰ ਨੂੰ ਬੰਨ ਕੇ ਰਾਣੀ ਬਣ ਗਈ। ਦੁਬਾਰਾ ਫੇਰ ਬਣ ਗਈ ਰਾਣੀ। ਕਿਉਂ? ਕਿਉਂਕਿ ਪ੍ਰਮਾਤਮਾ ਤੇ ਟੇਕ ਸੀ। ਪਰ ਬਾਪ ਜਮਦੂਤ ਨੇ ਕਸਰ ਨਹੀਂ ਛੱਡੀਗੀ। ਹੁਣ ਇੱਥੇ ਸਿੱਧ ਕੀ ਹੋ ਗਿਆ, ਬਾਪ ਜਮਦੂਤ ਬਣ ਕੇ ਆਪਣੀ ਧੀ ਤੇ ਵਾਰ ਕਰਦਾ ਹੈ। ਧੀ ਦਾ ਭਰੋਸਾ ਗੁਰੂ ਤੇ ਹੈ, ਗੁਰੂ ਤੇ ਭਰੋਸਾ ਰੱਖਣ ਵਾਲਿਆਂ ਤੇ ਜਮਦੂਤ ਆਪਣਾ ਵਾਰ ਕਰ ਨਹੀਂ ਸਕਿਆਗਾ। ਜਮਦੂਤ ਆਪਣਾ ਵਾਰ ਕਰ ਨਹੀਂ ਸਕਿਆਗਾ। ਇੱਥੇ ਗੁਰੂ ਸਾਹਿਬ ਨੇ ਵੀ ਸਾਨੂੰ ਇਹੀ ਕਿਹਾਗਾ ਵੀ ਇੱਕ ਮਾਲਕ ਤੇ ਭਰੋਸਾ ਯਕੀਨ ਰੱਖ, ਥੋੜਾ ਬਹੁਤਾ ਸਬਰ ਰੱਖ, ਸੰਤੋਖ ਰੱਖ, ਇੰਨਾ ਇਮੋਸ਼ਨਲ ਨਾ ਹੋਇਆ ਕਰ ਵੀ ਆਪਣੀ ਜ਼ਿੰਦਗੀ ਦੇ ਵਿੱਚ ਤੂੰ ਸਭ ਕਾਸੇ ਤੂੰ ਆਪਣਾ ਆਪਾ ਦੂਰ ਕਰ ਲਵੇਂ। ਇੱਕ ਮਾਲਕ ਤੇ ਟਿਕ ਰੱਖ ਕੇ ਜ਼ਿੰਦਗੀ ਜਿਉ, ਫਿਰ ਤੇਰੀ ਜ਼ਿੰਦਗੀ ਹੈ ਜਿਹੜੀ ਨਾ ਇਹ ਸੋਹਣੀ ਬਣ ਸਕਦੀ ਆ। ਦੁਬਾਰਾ ਫਿਰ ਆਪਾਂ ਰਹਾਉ ਦੀਆਂ ਪੰਕਤੀਆਂ ਪੜ੍ਹੀਏ। ਦੁੱਖ ਨਾ ਲੱਗੈ ਕਦੇ ਤੁਧ, ਪਾਰ ਬ੍ਰਹਮ ਨਿਤ ਧਿਆਈ। ਰੋਜ਼ ਪ੍ਰਭੂ ਪਰਮਾਤਮਾ ਨੂੰ ਧਿਆਇਆ ਕਰ ਤੇ ਦੁੱਖ ਤੇਰੇ ਨੇੜੇ ਵੀ ਨਹੀਂ ਆਵੇਗਾ। ਫਿਰ ਪਾਤਸ਼ਾਹ ਜੀ ਕਹਿੰਦੇ ਜਮ ਕੰਕਰ ਨੇੜ ਨਾ ਆਵਈ, ਜਮ ਕੰਕਰ ਜਮਦੂਤ ਤੇਰੇ ਨੇੜੇ ਨਹੀਂ ਆ ਸਕਦਾ। ਬਾਪ ਵੱਲੋਂ ਕੀਤੇ ਹੋਏ ਧੀ ਤੇ ਵਾਰ ਉਹ ਕੁਛ ਕਰ ਨਹੀਂ ਸਕੇਗੇ। ਫਿਰ ਕੀ ਕਿਹਾ, ਗੁਰਸਿੱਖ ਪਿਆਰੇ। ਗੁਰੂ ਦੇ ਜਿਹੜੇ ਸਿੱਖ ਆ ਨਾ ਉਹ ਹੁੰਦੇ ਨੇ ਪ੍ਰਭੂ ਪਰਮਾਤਮਾ ਨੂੰ ਪਿਆਰੇ। ਉਹਨਾਂ ਨੂੰ ਭਾਈ ਕਿਸੇ ਤਰ੍ਹਾਂ ਦਾ ਕੋਈ ਵੀ ਜਮਦੂਤ ਆ ਜਿਹੜਾ ਉਹ ਕੁਛ ਕਹਿ ਨਹੀਂ ਸਕਦਾਗਾ, ਕਿਉਂਕਿ ਉਹਨਾਂ ਕੋਲੇ ਸਿਆਣਪ, ਉਹਨਾਂ ਕੋਲੇ ਜੀਵਨ ਦਾ ਜਿਹੜਾ ਮਨੋਰਥ ਆ, ਉਚੇਰੇ ਜੀਵਨ ਦਾ, ਆਦਰਸ਼ ਜੀਵਨ ਦਾ, ਸੋਹਣੇ ਜੀਵਨ ਦਾ ਉਹਨਾਂ ਨੂੰ ਭਾਵ ਕਿਸੇ ਵੀ ਤਰ੍ਹਾਂ ਦੀ ਹਾਨੀ ਨਹੀਂ ਪਹੁੰਚਾਉਣ ਦਿੰਦਾਗਾ। ਇਸੇ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਤੂੰ ਵੀ ਭਾਈ ਸਤਵਾਦੀ ਬਣ, ਆਪਣੀ ਜ਼ਿੰਦਗੀ 'ਚ ਵੱਖਵਾਦੀ
ਜਾਂ ਨਸ਼ੇਵਾਦੀ ਜਾਂ ਬੇਲੜਵਾਦੀ ਨਾ ਬਣ। ਜੇ ਬਣਨਾ ਤਾਂ ਸੱਤਵਾਦੀ ਬਣ, ਸੱਚ ਨਾਲ ਜੁੜ ਕੇ ਆਪਣੀ ਜ਼ਿੰਦਗੀ ਜਿਉ। ਫਿਰ ਅੱਗੇ ਪਾਤਸ਼ਾਹ ਜੀ ਕਹਿੰਦੇ ਨੇ ਇਹੀ ਹੀ ਤੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਜੁਗਤ ਹੈ। ਜੁਗਤ ਤੋਂ ਭਾਵ ਤਰੀਕਾ। ਗੁਰੂ ਸਾਹਿਬ ਜੀ ਕਹਿੰਦੇ ਜੀ ਜੁਗਤ ਬਸ ਪ੍ਰਭ ਕਹਿ, ਜੋ ਕਹੈ ਸੋ ਕਰਨਾ। ਹੁਣ ਮੇਰੀ ਜੁਗਤੀ ਕਿਹੜੀ ਆ? ਜੋ ਮੈਨੂੰ ਗੁਰੂ ਉਪਦੇਸ਼ ਦਿੰਦਾ ਹੈ ਉਹਦੇ ਮੁਤਾਬਕ ਮੈਂ ਆਪਣੀ ਜ਼ਿੰਦਗੀ ਜਿਉਂਦਾ ਹਾਂ। ਮੇਰੀ ਆਹੀ ਸਭ ਤੋਂ ਵੱਡੀ ਜੁਗਤੀ ਹੈ, ਮੇਰਾ ਤਰੀਕਾ ਹੈ। ਹੁਣ ਆਪਾਂ ਬੀਬੀ ਰਜਨੀ ਦੀ ਗੱਲ ਸੁਣੀ ਆ, ਭਾਵ ਉਹਨੇ ਕਿਹੜਾ ਤਰੀਕਾ ਬਣਾਇਆ? ਵਿਆਹ ਹੋ ਗਿਆ, ਨਕੰਮੇ ਨਾ ਹੋਇਆ ਨਾ, ਕੋਈ ਗੱਲ ਨਹੀਂ, ਵਾਹਿਗੁਰੂ ਭਲੀ ਕਰੇਗਾ, ਭਰੋਸਾ ਨਾ। ਤਰੀਕਾ ਕਿਹੜਾ ਅਪਣਾਇਆ? ਸਭ ਤੋਂ ਪਹਿਲਾਂ ਦਰਬਾਰ ਸਾਹਿਬ। ਬਸ ਆਹ ਤਰੀਕਾ ਗਾ। ਹੁਣ ਆਪਣਾ ਕੀ ਤਰੀਕਾ ਹੈਗਾ ਉਹ ਆਪਾਂ ਵੇਖ ਸਕਦੇ ਹਾਂ। ਸਭ ਤੋਂ ਪਹਿਲਾਂ ਗੁਰੂ ਕੋਲੇ ਗਈ ਹੈ ਨਾ, ਤੇ ਗੁਰੂ ਨੇ ਐਸੀ ਅਕਲ ਦਿੱਤੀ, ਐਸੀ ਸੋਝੀ ਦਿੱਤੀ, ਉਥੋਂ ਦੋਵੇਂ ਜਣਿਆਂ ਨੂੰ ਇੰਨਾ ਸੋਹਣਾ ਜੀਵਨ ਬਖਸ਼ਿਸ਼ ਕਰ ਦਿੱਤਾ, ਆਉਣ ਵਾਲੇ ਟਾਈਮ ਦੇ ਵਿੱਚ ਸੁਰਖਰੂ ਹੋ ਗਈ। ਤੇ ਅੱਜ ਸਾਡੀ ਤਮੰਨਾ ਕਿੱਥੇ ਖੜੀ ਆ? ਸਾਡਾ ਜੀਵਨ ਖੜਾ ਗਾ ਮਨੁੱਖ ਤੇ। ਦੇਖੋ ਆਪਾਂ ਗੁਰੂ ਦੀ ਗੱਲ ਆ ਜਿਹੜੀ ਨਾ ਗੁਰਬਾਣੀ ਮੁਤਾਬਕ ਹੀ ਕਰਨੀ ਹੈ। ਬੜਿਆਂ ਨੂੰ ਆ ਮਤਲਬ ਭੁਲੇਖਾ ਪੈ ਜਾਂਦਾ ਵੀ ਨਹੀਂ ਜੀ ਇਹ ਗੁਰਬਾਣੀ ਦੇ ਵਿੱਚ ਲਿਖਿਆ ਨਹੀਂ ਹੈ, ਇਹ ਉਦਾਂ ਹੀ ਬੋਲੀ ਜਾਂਦੇ ਆਏ ਆ, ਜੋ ਬਿਲਕੁਲ ਨਹੀਂ। ਸਾਡੀ ਜਿਹੜੀ ਟੇਕ ਆ ਉਹ ਰੁਕੀ ਹੋਈ ਆ ਮਨੁੱਖ ਤੇ। ਚਲੋ ਇੱਕ ਤਾਂ ਭਲਾ ਮਾਨਸ ਮਨੁੱਖ ਹੁੰਦਾ, ਉਹ ਪ੍ਰਮਾਤਮਾ ਸਬਬ ਬਣਾਉਂਦਾ ਵੀ ਉਹ ਮਨੁੱਖ ਦੇ ਵਿੱਚ ਗੁਰੂ ਤੇ ਟੇਕ ਰੱਖਣ ਦਾ, ਅਗਲੇ ਤੇ ਯਕੀਨ ਹੈ ਨਾ, ਭਰੋਸਾ ਉਹਨੂੰ ਪ੍ਰਮਾਤਮਾ ਤੇ, ਵੱਖਰੀ ਗੱਲ ਆ। ਤੇ ਅਸੀਂ ਉਹ ਮਨੁੱਖ ਤੇ ਟੇਕ ਰੱਖੀ ਬੈਠੇ ਆ ਜਿਹੜੇ ਮਨੁੱਖ ਨੂੰ ਖੁਦ ਨੂੰ ਪ੍ਰਮਾਤਮਾ ਤੇ ਟੇਕ ਹੈ ਨਹੀਂ ਗੀ। ਇੰਨਾ ਹੀ ਫਰਕ ਆ ਨਾ। ਹੁਣ ਮੰਨ ਲਵੋ ਦੋ ਉਦਾਹਰਨਾਂ ਇੱਥੇ। ਗੁਰੂ ਸਾਹਿਬ ਕਹਿੰਦੇ ਪ੍ਰਮਾਤਮਾ ਤੇ ਟੇਕ ਰੱਖ, ਉਹ ਗੱਲ ਨੂੰ ਆਪਾਂ ਥੋੜਾ ਜਿਹਾ ਪਾਸੇ ਕਰ ਲਓ। ਅਗਲੀ ਗੱਲ ਕੀ ਹੈ ਵੀ ਅਸੀਂ ਟੇਕ ਰੱਖ ਲਈ ਬੰਦੇ ਤੇ ਗੁਰੂ ਸਾਹਿਬ ਕਹਿੰਦੇ ਕਮਲਿਆ ਬੰਦੇ ਦੀ ਟੇਕ ਆ ਨਾ ਜਿਹੜੀ ਤਾਂ ਬਿਰਥੀ ਆ, ਬੇਅਰਥ ਆ ਗਈ, ਇਹ ਕਿਸੇ ਲੇਖੇ 'ਚ ਨਹੀਂ ਪਵੇਗੀ। ਚਲੋ ਗੁਰੂ ਸਾਹਿਬ ਕਹਿੰਦੇ ਜੇ ਬੰਦੇ ਦੀ ਟੇਕ ਰੱਖਣੀ ਆ ਤਾਂ ਕਿਸੇ ਚੰਗੇ ਤੇ ਰੱਖ ਲਾ, ਚੰਗੇ ਬੰਦੇ ਤੇ ਰੱਖ ਲਾ ਨਾ। ਜੇ ਟੇਕ ਹੀ ਰੱਖਣੀ ਆ ਵਧੀਆ ਬੰਦੇ ਤੇ ਟੇਕ ਰੱਖ, ਫਿਰ ਇਹ ਤੇ ਨਾ ਰੱਖ। ਹੁਣ ਇੱਥੇ ਦੋ ਮੂਰਤਾਂ ਬਣਾਉਣੀਆਂ, ਆਪਾਂ ਸੋਚਾਂਗੇ ਵੀ ਬੰਦੇ 'ਚ ਵੀ ਚੰਗਾ ਮੰਦਾ ਪੱਖ ਹੁੰਦਾ। ਗੁਰੂ ਸਾਹਿਬ ਕਹਿੰਦੇ ਹਾਂ ਹੁੰਦਾ ਪੁੱਤ। ਇੱਕ ਤਾਂ ਪ੍ਰਮਾਤਮਾ ਤੇ ਦੇਖੋ, ਹੁਣ 10ਵੇਂ ਪਾਤਸ਼ਾਹ ਕੌਣ ਆ? ਬੰਦਾ ਹੀ ਆ, ਸਾਨੂੰ ਸਾਰਿਆਂ ਨੂੰ ਟੇਕ ਆ ਉਤੇ। ਔਰੰਗਜ਼ੇਬ ਬੰਦਾ ਹੀ ਆ, ਸਾਨੂੰ ਸਾਰਿਆਂ ਨੂੰ ਤੇ ਟੇਕ ਨਹੀਂ ਹੈ। ਹਾਲਾਂਕਿ ਜੇ ਆਪਾਂ ਦੁਨਿਆਵੀ ਤਲ ਤੇ ਵੇਖੀਏ ਨਾ, ਔਰੰਗਜ਼ੇਬ ਦੀ ਪ੍ਰਾਪਰਟੀ ਦਸ਼ਮੇਸ਼ ਪਿਤਾ ਨੂੰ ਵੱਧ ਹੋ ਸਕਦੀ ਹੈ ਸਰੀਰਕ ਤਲ ਤੇ, ਪਰ ਨਹੀਂ, ਸਾਡੀ ਟੇਕ ਪੂਰੀ ਦੁਨੀਆ ਦੀ ਟੇਕ ਗੁਰੂ ਤੇ ਆ। ਹਨ ਦੋਨੀ ਬੰਦੇ। ਹੁਣ ਮੰਨ ਲਓ ਵੀ ਇੱਕ ਕਿਸਾਨ ਆ, ਦੋਨੇ ਬੰਦਿਆਂ ਦੀਆਂ ਉਦਾਹਰਨਾਂ ਆਪਾਂ ਲੈਣੀਆਂ ਵੀ ਬੰਦੇ ਤੇ ਟੇਕ ਰੱਖ ਚੱਜ ਦੇ ਤੇ ਨਕੰਮੇ ਤੇ ਨਾ ਟੇਕ ਰੱਖ, ਹਨਾ। ਸਾਡੀ ਟੇਕ ਕਿੱਥੇ ਆ? ਨਕੰਮੇ ਤੇ। ਜਿਹਦੇ ਆਪਦੇ ਡੈਣ ਹੈ ਗੋਪਾਲ ਆ, ਸਾਡੀ ਟੇਕ ਉਹ ਤੇ ਆ। ਜਿਹੜਾ ਆਪ ਦੁਆਨੀ ਮੰਗਦਾ ਫਿਰਦਾ ਨਾ, ਅਸੀਂ ਉਹਦੇ ਤੇ ਟੇਕ ਰੱਖੀ ਬੈਠੇ ਆ। ਸੋਚ ਕੇ ਦੇਖੋ। ਹੁਣ ਇੱਥੇ ਆ ਕਿਸਾਨ ਦੀ ਉਦਾਹਰਨ। ਇੱਕ ਕਿਸਾਨ ਉਹ ਆ ਜਿਹਦੀ ਫਸਲ ਵੇਖਣ ਨੂੰ ਪੂਰੀ ਜੰਮ ਚ ਆ, ਮਤਲਬ ਜਿਹਨੂੰ ਆਪਾਂ ਕਹਿ ਦਈਏ ਵਧੀਆ ਫਸਲ ਆ, ਤੇ ਕਿਸਾਨ ਨੂੰ ਉਸ ਫਸਲ ਤੇ ਬਹੁਤ ਭਰੋਸਾ ਵੀ ਐਤਕੀ ਨਾ ਮੈਂ ਝੋਨੇ ਦੀਆਂ ਟਰਾਲੀਆਂ ਭਰ ਕੱਢੂੰਗਾ ਇੱਥੋਂ। ਤੇ ਇੱਕ ਹੁਣ ਝੋਨਾ ਉਹ ਆ, ਫਸਲ ਉਹ ਆ ਜਿਹੜੀ ਬਿਲਕੁਲ ਪਤਲੀ ਆ ਗਈ, ਜੰਮੀ ਨਹੀਂ ਹੈ, ਨਕੰਮੀ ਆ। ਤੇ ਜੇ ਕੋਈ ਹੁਣ ਉਹ ਤੇ ਟੇਕ ਰੱਖੇ, ਹੈ ਦੋਨਾਂ ਪਾਸੇ ਫਸਲ, ਇੱਧਰ ਵੀ ਫਸਲ ਆ ਇੱਧਰ ਵੀ ਫਸਲ ਆ, ਪਰ ਜਿਹੜੀ ਜੰਮੀ ਫਸਲ ਆ ਗਈ ਉਹ ਤੇ ਟੇਕ ਯਕੀਨਨ, ਤੇ ਜਿਹੜੀ ਨਕੰਮੀ ਫਸਲ ਆ ਉਹ ਤੇ ਟੇਕ ਰੱਖੀ ਨਹੀਂ ਜਾ ਸਕਦੀ। ਕਿ ਰੱਖੀ ਜਾ ਸਕਦੀ ਆ? ਸੋਚ ਕੇ ਦੇਖੋ, ਰੱਖੀ ਨਾ ਜਾ ਸਕਦੀ। ਕਿਉਂ? ਕਿਉਂਕਿ ਜਿਹੜੀ ਨਕੰਮੀ ਪਹਿਲੀ ਨਕੰਮੀ ਫਸਲ ਆ ਉਹ ਸਾਡੇ ਜੀਵਨ ਨੂੰ ਸੰਤੁਸ਼ਟ ਕਿਵੇਂ ਕਰੂਗੀ? ਸੋਚੋ ਭਲਾ। ਜਿਹੜਾ ਪਹਿਲੀ ਨਕੰਮਾ ਕਿੰਨਾ ਕੁ ਟਾਈਮ ਮਤਲਬ ਸਾਡੇ ਜੀਵਨ ਨੂੰ ਸੰਤੁਸ਼ਟ ਕਰ ਸਕਦਾ? ਸੋਚ ਕੇ ਦੇਖੋ। ਤੇ ਜਿਹੜੀ ਫਸਲ ਪਹਿਲਾਂ ਜੰਮੀ ਵੀ ਆ, ਉਹੀ ਫਸਲ ਸਾਡੇ ਜੀਵਨ ਦੇ ਵਿੱਚ ਭਲਾ ਕਰ ਸਕਦੀ ਆ। ਗੁਰੂ ਸਾਹਿਬ ਕੀ ਕਹਿੰਦੇ ਨੇ ਹੁਣ? ਮਨੁੱਖ ਕੀ ਟੇਕ ਬ੍ਰਿਥੀ ਸਭ ਜਾਨ। ਦੇਖੋ ਸੁਖਮਨੀ ਸਾਹਿਬ ਤੁਸੀਂ ਸਾਰੀ ਪੜ੍ਹਦੇ ਹੋ ਨਾ। ਮਨੁੱਖ ਕੀ ਟੇਕ, ਬੰਦੇ ਦੀ ਟੇਕ ਕੀ ਆ? ਬ੍ਰਿਥੀ ਸਭ ਜਾਨ।
ਕੀ ਆ ਬੇਅਰਥਾ ਬੰਦੇ ਦੀ ਟੇਕ ਕਿਤੇ ਰੱਖਣੀ ਆ? ਪਰਮੇਸ਼ਰ ਪਰਮਾਤਮਾ ਤੇ ਰੱਖ। ਉਹ ਪਰਮਾਤਮਾ ਤੇ ਟੇਕ ਰੱਖੇਗਾ ਨਾ, ਫਿਰ ਬੀਬੀ ਰਜਨੀ ਵਾਂਗੂ ਤੇਰਾ ਘਰ ਵੱਜ ਜਾਣਾ। ਐਸੀ ਗੱਲ ਨਹੀਂ ਵੀ ਨਹੀਂ ਵੱਜੇਗਾ। ਬੀਬੀ ਰਜਨੀ ਦੇ ਬਾਪ ਨੇ ਕਮੀ ਨਹੀਂ ਛੱਡੀ ਕਿ ਆਪਣੀ ਧੀ ਨੂੰ ਖਤਮ ਕਰਨ ਦੀ। ਆਪਣੀ ਧੀ ਨੂੰ ਖਤਮ ਕਰਨ ਦੀ ਉਹਦੇ ਬਾਪ ਨੇ ਕੋਈ ਕੱਚ ਨਹੀਂ ਛੱਡਿਆਗਾ। ਪਰ ਪਹਿਲਾ ਨਿਸ਼ਾਨਾ ਬੀਬੀ ਦਾ ਕੀ ਸੀਗਾ? ਗੁਰੂ ਨੂੰ ਮਿਲਣਾ। ਬਸ ਕਿਉਂ ਗੁਰੂ ਤੇ ਟੇਕ ਆ ਨਾ, ਗੁਰੂ ਨੂੰ ਮਿਲਣਾ, ਦਰਬਾਰ ਸਾਹਿਬ ਜਾਣਾ। ਪਹਿਲਾ ਨਿਸ਼ਾਨਾ ਆ, ਦੂਜਾ ਕੰਮ ਬਾਅਦ ਚ ਆਗਾ। ਜੇ ਪਹਿਲਾ ਨਿਸ਼ਾਨਾ ਜੀਵਨ ਦਾ ਆਗਾ ਤਾਂ ਫਿਰ ਬੀਬੀ ਰਜਨੀ ਤੇ ਕਿਰਪਾ ਵੀ ਹੋਈ ਹੈ। ਐਸੀ ਗੱਲ ਨਹੀਂ ਵੀ ਕਿਰਪਾ ਨਹੀਂ ਹੋਈ। ਉਹ ਤੁਸੀਂ ਸਾਰੇ, ਆਪਾਂ ਸਾਰੇ ਇਤਿਹਾਸ ਪੜ੍ਹਦੇ ਸੁਣਦੇ ਆ। ਤਾਈਓ ਕੀ ਕਿਹਾ ਗੁਰੂ ਸਾਹਿਬ ਨੇ? ਮੇਨ ਜ਼ਿੰਦਗੀ ਦੇ ਵਿੱਚ ਤੇਰੇ ਕੋਲੇ ਆਹੀ ਜੁਗਤੀ ਹੋਣੀ ਚਾਹੀਦੀ ਆ, ਹੋਰ ਦੂਜੀ ਜੁਗਤੀ ਕੰਮ ਨਹੀਂ ਕਰਦੀਗੀ। ਜੀ ਜੁਗਤ ਬਸ ਪ੍ਰਭ ਕੈ, ਜੋ ਕਹੈ ਸੋ ਕਰਨਾ। ਜੋ ਗੁਰੂ ਦਾ ਹੁਕਮ ਆ ਉਵੇਂ ਹੋਣਾ। ਫਿਰ ਅੱਗੇ ਪਾਤਸ਼ਾਹ ਕਹਿੰਦੇ ਨੇ, ਭਏ ਪ੍ਰਸੰਨ ਗੋਪਾਲ ਰਾਏ, ਭਉ ਕਿਛ ਨਹੀਂ ਕਰਨਾ। ਮੇਰਾ ਮਾਲਕ ਫਿਰ ਜਦੋਂ ਉਹਦੇ ਤੋਂ ਜੁਗਤੀ ਲੈ ਕੇ ਆਪਾਂ ਜ਼ਿੰਦਗੀ ਦੀ ਕਦਮ ਪੁੱਟਾਂਗੇ ਨਾ, ਤੇ ਉਹ ਖੁਸ਼ ਹੁੰਦਾ ਹੈਗਾ। ਭਾਵ ਉਹਦੀ ਰਜ਼ਾ ਵਿੱਚ ਸਭ ਕੁਛ ਹੈ ਨਾ। ਹਵਾ ਵੀ ਉਹਦੀ ਰਜ਼ਾ ਚ ਆ, ਧੁੱਪ ਛਾਂ ਉਹਦੀ ਰਜ਼ਾ ਚ ਆ, ਸੂਰਜ ਚੰਦ ਉਹਦੀ ਰਜ਼ਾ ਚ ਆ, ਦਿਨ ਰਾਤ ਉਹਦੀ ਰਜ਼ਾ ਚ ਆ। ਜੋ ਵੀ ਕੁਛ ਆਪਾਂ ਕੁਦਰਤੀ ਕ੍ਰਿਸ਼ਮੇ ਵੇਖਦੇ ਆ, ਸਭ ਕੁਛ ਉਹਦੀ ਰਜ਼ਾ ਚ ਆ। ਇੱਕ ਬੰਦਾ ਜਿਹੜਾ ਉਹਦੀ ਰਜ਼ਾ ਦੇ ਵਿੱਚੋਂ ਬਾਹਰ ਹੈ। ਹਾਂ, ਜੋ ਗੁਰੂ ਦਾ ਸਿੱਖ ਆ, ਪਿਆਰਾ ਗਾ, ਉਹਦੀ ਰਜ਼ਾ ਚ ਤੁਰਦਾ ਗਾ। ਫਿਰ ਪਾਤਸ਼ਾਹ ਜੀ ਕਹਿੰਦੇ ਨੇ, ਕਰਨ ਕਾਰਨ ਸਮਰੱਥ ਹੈ, ਤਿਸ ਬਿਨ ਨਹੀਂ ਹੋਰ। ਭਾਵਨਾ ਕੀ ਆ? ਵੀ ਮੇਰੇ ਮਾਲਕ ਜੀਓ, ਤੇਰੇ ਤੋਂ ਬਿਨਾ ਮੇਰਾ ਜ਼ਿੰਦਗੀ ਦਾ ਕੋਈ ਹੋਰ ਆਸਰਾ ਨਹੀਂ ਹੈ। ਤੂੰ ਹੀ ਹੈ ਜੋ ਕਰਨ ਕਾਰਨ ਸਮਰੱਥ ਹੈ। ਤੂੰ ਹੀ ਹੈ, ਹੋਰ ਨਹੀਂ ਕੋਈ ਹੈ। ਤੇਰੇ ਕੋਲੇ ਸਾਰੀ ਤਾਕਤ ਹੈ। ਨਾਨਕ ਪ੍ਰਭ ਸਰਨਾਗਤੀ ਸਾਚਾ ਮਨ ਜੋਰ। ਗੁਰੂ ਸਾਹਿਬ ਜੀ ਕਹਿੰਦੇ ਮੇਰਾ ਜੋਰ ਇੱਕ ਪਰਮਾਤਮਾ ਤੇ ਚੱਲ ਸਕਦਾ, ਹੋਰ ਨਹੀਂ ਕਿਸੇ ਤੇ ਚੱਲਦਾ। ਵਾਕਈ ਲਾਸਟ ਵਾਲੀ ਗੱਲ ਸੱਚੀ ਕਹੀ ਹੈ ਪੰਜਵੇਂ ਪਾਤਸ਼ਾਹ ਨੇ। ਕਿਉਂ? ਸਾਡਾ ਜੋਰ ਕਿਸੇ ਤੇ ਕੋਈ ਨਹੀਂ ਚੱਲਦਾਗਾ, ਪਰ ਜੇ ਸਾਡਾ ਜੋਰ ਹੈ ਗਰੀਬ ਦਾ ਵੀ, ਅਮੀਰ ਦਾ ਵੀ, ਉਹ ਪਰਮੇਸ਼ਰ ਪਰਮਾਤਮਾ ਦੀ ਆ। ਇੱਕ ਉਸੇ ਧੀ ਹੈ ਨਾ, ਆਪਾਂ ਉਸੇ ਨੂੰ ਕਹਿ ਸਕਦੇ ਹਾਂ, ਇਹ ਪ੍ਰਭੂ ਪਰਮਾਤਮਾ ਤੇਰੇ ਤੱਕ ਹੀ ਸਾਡੀ ਪਹੁੰਚ ਆ। ਅਸੀਂ ਤੈਨੂੰ ਹੀ ਆਪਣਾ ਦੁੱਖ ਜਾਂ ਸੁੱਖ ਦੱਸ ਸਕਦੇ ਹਾਂ, ਹੋਰ ਨਹੀਂ ਕਿਸੇ ਨੂੰ ਦੱਸ ਸਕਦੇ। ਤੇਰੇ ਤੱਕ ਸਾਡੀ ਪਹੁੰਚ ਆ। ਬੰਦੇ ਦੀ ਬੰਦਾ ਥੋੜੀ ਅਮੀਰ ਗੱਲ ਸੁਣੂਗਾ। ਹੁਣ ਕਿਸਾਨਾਂ ਦੀ ਗੱਲ ਕਿੰਨੀ ਕੁ ਸੁਣ ਲਈ ਮੀਰਾਂ ਨੇ। ਅੱਛਾ, ਲਾਸਟ ਤੇ ਕਿੱਥੇ ਗੱਲ ਖੜ ਜਾਂਦੀ ਆ? ਵੀ ਹੁਣ ਤਾਂ ਭਾਈ ਪਰਮਾਤਮਾ ਦੇ ਹੱਥ 'ਚ ਹੀ ਆ ਕੰਮ। ਦੇਖੋ, ਪਰਮਾਤਮਾ ਇੰਨਾ ਅਮੀਰ ਆ, ਜਿਹਦੇ ਕੋਲੇ ਪਹਿਲਾਂ ਵੀ ਆਉਣਾ ਸੀ, ਆਏ ਨਹੀਂ, ਪਰ ਲਾਸਟ ਤੇ ਵੀ ਕਹਿਣਾ ਪਏਗਾ ਰੱਬ ਦੇ ਹੱਥ 'ਚ ਹੀ ਕੰਮ ਆ। ਉਹ ਚਾਹੇ ਤਾਂ ਚੰਗਾ ਕਰ ਸਕਦਾ, ਚਾਹੇ ਮਾੜਾ ਕਰ ਸਕਦਾ। ਜੋ ਉਹਨੂੰ ਭਾਉਂਦਾ ਉਵੇਂ ਹੋਵੇਗਾ। ਸੋ ਇੱਥੋਂ ਤੱਕ ਵਿਚਾਰ ਸਮਾਪਤ ਹੈ। ਅੱਜ ਦੀ ਵਿਚਾਰ ਦਾ ਛਿੱਟਾ ਵੀ ਬੰਦੇ ਤੇ ਟੇਕ ਨਹੀਂ, ਇੱਕ ਪਰਮਾਤਮਾ ਤੇ ਟੇਕ ਰੱਖ। ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨ, ਦੇਵਨ ਕੋ ਏਕੈ ਭਗਵਾਨ। ਜਿਸਕੈ ਦੀਐ ਰਹਿ ਅਗਾਏ, ਵਹੁਰ ਨ ਤ੍ਰਿਸ਼ਨਾ ਲਗ ਆਏ। ਮਾਰੈ ਰਾਖੈ ਏਕੋ ਆਪ, ਮਾਨੁਖ ਕੈ ਕਿਛ ਨਾਹੀ ਹਾਥ। ਇਹ ਸੁਖਮਨੀ ਸਾਹਿਬ ਦਾ ਵਾਕ ਤੁਸੀਂ ਰੋਜ਼ਾਨਾ ਪੜ੍ਹਦੇ ਹੋਵੋਗੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।